ਹੈਲੋ ਬੀਐਡ ਸਟੂਡੈਂਟਸ, ਪੈਡਾਗੋਜੀ ਆਫ ਮੈਥਮੈਟਿਕਸ ਫਸਟ ਸਮੈਸਟਰ ਦੇ ਮੈਂ ਨੋਟਸ ਅਪਲੋਡ ਕੀਤੇ ਸੀ, ਬਟ ਟੈਕਨੀਕਲ ਇਸ਼ੂਜ਼ ਦੇ ਕਰਕੇ ਕੁਝ ਪੇਜ ਮਿਸ ਹੋ ਗਏ ਸੀ। ਸੋ ਮੈਂ ਫਿਰ ਤੋਂ ਅਪਲੋਡ ਕਰ ਰਹੀ ਹਾਂ। ਫਸਟ ਆਫ ਆਲ ਮੀਨਿੰਗ ਆਫ ਮੈਥਮੈਟਿਕਸ ਦੇ ਵਿੱਚ ਆਪਾਂ ਨੇ ਥੋੜ੍ਹੀ ਬਹੁਤ ਉਹਦੀ ਡਿਟੇਲ ਦੱਸਣੀ ਹੈ, ਇੰਟਰੋਡਕਸ਼ਨ ਦੇਣੀ ਹੈ ਕਿ ਮੈਥਮੈਟਿਕਸ ਹੁੰਦਾ ਕੀ ਹੈ। ਫਿਰ ਆਪਾਂ ਨੇ ਕੋਈ ਵੀ 2 ਡੈਫੀਨੇਸ਼ਨਸ ਲਿਖਣੀਆਂ ਨੇ। ਜਦੋਂ ਵੀ ਡੈਫੀਨੇਸ਼ਨਸ ਲਿਖਣੀਆਂ, ਅਗਰ ਆਪਾਂ ਇਨਵਰਟਡ ਕੋਮਾ ਯੂਜ਼ ਕਰਦੇ ਪਏ ਤਾਂ ਐਗਜ਼ੈਕਟ ਵਰਡਿੰਗ ਹੋਣੀ ਚਾਹੀਦੀ ਹੈ, ਕੋਈ ਵੀ ਇੱਕ ਵੀ ਜਿਹੜਾ ਵਰਡ ਆ ਮਿਸਿੰਗ ਨਹੀਂ ਹੋਣਾ ਚਾਹੀਦਾ। ਇਹ ਡੈਫੀਨੇਸ਼ਨਸ ਆਪਾਂ ਸੇਮ ਟੂ ਸੇਮ ਲਿਖਣੀਆਂ ਹੁੰਦੀਆਂ ਨੇ, ਘੱਟੋ ਘੱਟ 2 ਲਿਖਣੀਆਂ ਨੇ। ਦੈਨ ਡੈਫੀਨੇਸ਼ਨਸ ਤੋਂ ਕੀ ਕਨਕਲੂਜਨਸ ਨਿਕਲਦੇ ਨੇ ਉਹ ਲਿਖਣੇ ਆ। ਫੋਰ ਐਗਜ਼ਾਮਪਲ ਮੈਥਮੈਟਿਕਸ ਦੇ ਇਟ ਹੈਜ਼ ਇਟਸ ਓਨ ਟੂਲਸ ਐਂਡ ਮੈਥਡਸ ਆਫ ਆਪਰੇਸ਼ਨ, ਇਟਸ ਓਨ ਲੈਂਗੁਏਜ, ਸਿੰਬਲਸ। ਸੋ ਇਹ ਸਾਰੀ ਡਿਟੇਲ ਤੁਸੀਂ ਇਹਦੇ ਵਿੱਚ ਲਿਖਣੀ ਆ। ਫੋਰ ਐਗਜ਼ਾਮਪਲ ਜੇ ਆਪਾਂ ਇੰਟਰੋਡਕਸ਼ਨ ਲਿਖੀਏ ਤਾਂ ਉਹਨੂੰ ਥੋੜ੍ਹਾ ਜਿਹਾ ਹੋਰ ਜ਼ਿਆਦਾ ਪੁਆਇੰਟਸ ਐਕਸਪਲੇਨ ਕਰਨੇ ਹੁੰਦੇ ਨੇ। ਸੋ ਇਹ ਉਹਦਾ ਮੀਨਿੰਗ ਹੋ ਗਿਆ। ਦੈਨ ਮੈਥਮੈਟਿਕਸ ਆ ਜਿਹੜਾ ਗ੍ਰੀਕ ਵਰਡਸ ਤੋਂ ਆਪਾਂ ਡਰਾਈਵ ਕੀਤਾ ਹੈ, ਜਿਵੇਂ ਮੈਥੇਨੀਨ ਮੀਨਸ ਲਰਨਿੰਗ, ਟੈਕਨੇ ਮੀਨਸ ਐਨ ਆਰਟ ਜਾਂ ਫਿਰ ਕੋਈ ਵੀ ਟੈਕਨੀਕ। ਸੋ ਇਟ ਇਜ਼ ਅ ਟੈਕਨੀਕ ਆਫ ਲਰਨਿੰਗ। ਨੇਚਰ ਆਫ ਮੈਥਮੈਟਿਕਸ ਦੇ ਵਿੱਚ ਜਿੰਨੇ ਵੀ ਪੁਆਇੰਟਸ ਲਿਖਣੇ ਆ ਵਧੀਆ ਤਰੀਕੇ ਨਾਲ ਇਲੈਬੋਰੇਟ ਕਰਕੇ ਲਿਖਣੇ ਆ। ਐਂਡ ਅਗਰ ਕੋਈ ਵੀ ਕੁਐਸਚਨ ਤੁਸੀਂ ਪੁਆਇੰਟਸ ਵਿੱਚ ਲਿਖਦੇ ਹੋ ਤਾਂ ਜ਼ਿਆਦਾ ਬੈਟਰ ਹੁੰਦਾ। ਫੋਰ ਐਗਜ਼ਾਮਪਲ ਮੈਥਮੈਟਿਕਸ ਇਜ਼ ਅ ਸਾਇੰਸ ਆਫ ਡਿਸਕਵਰੀ, ਇਟ ਇਜ਼ ਐਨ ਇੰਟੈਲੈਕਚੁਅਲ ਗੇਮ। ਇਹਦੇ ਵਿੱਚ ਤੁਸੀਂ ਥੋੜ੍ਹਾ ਬਹੁਤ ਐਕਸਪਲੇਨ ਕਰਨਾ ਹੈ। Then mathematics deals with art of drawing conclusions. फिर आ गया mathematics is a tool subject. It is a subject of logical sequence. ਜਿਵੇਂ ਵੈਰੀ ਸਿੰਪਲ ਲੌਜਿਕ ਤੋਂ ਆਪਾਂ ਕੰਪਲੈਕਸ ਲੌਜਿਕ ਵੱਲ ਜਾਂਦੇ ਹਾਂ, ਕੰਕਰੀਟ ਟੂ ਐਬਸਟਰੈਕਟ ਜਾਂਦੇ ਹਾਂ। ਸੋ ਇਹ ਸਭ ਕੁਛ ਇਹਦੇ ਵਿੱਚ ਸਬਜੈਕਟ ਮੈਟਰ ਲੌਜੀਕਲੀ ਅਰੇਂਜ ਕੀਤਾ ਹੁੰਦਾ। ਮੈਥਮੈਟਿਕਸ ਇਜ਼ ਅ ਸਾਇੰਸ ਆਫ ਲੌਜੀਕਲ ਰੀਜ਼ਨਿੰਗ। ਮੈਥਮੈਟੀਕਲ ਲੌਜਿਕ ਨੂੰ ਬੂਲੀਅਨ ਲੌਜਿਕ ਵੀ ਕਿਹਾ ਜਾਂਦਾ ਹੈ। ਮੈਥਮੈਟੀਕਲ ਲੈਂਗੁਏਜ ਐਂਡ ਸਿੰਬੋਲਿਜ਼ਮ। ਮੈਥਮੈਟਿਕਸ ਵਿੱਚ ਕਿਹੜੀ ਲੈਂਗੁਏਜ ਯੂਜ਼ ਕਰਦੇ ਹਾਂ ਆਪਾਂ, ਕਿਹੜੇ ਸਿੰਬਲਸ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਕਮਿਊਟੇਟਿਵ ਲਾ ਆਫ ਐਡੀਸ਼ਨ ਐਂਡ ਮਲਟੀਪਲਾਈਕੇਸ਼ਨ ਇਨ ਰੀਅਲ ਨੰਬਰ ਸਿਸਟਮ। ਸੋ ਇਹਦੇ ਵਿੱਚ ਆਪਾਂ ਕਿਹੜੀ ਲੈਂਗੁਏਜ ਯੂਜ਼ ਕਰਾਂਗੇ, ਇਹਦੇ ਵਿੱਚ ਆਪਾਂ ਲਿਖਦੇ ਹਾਂ ਜਿਵੇਂ ਐਡੀਸ਼ਨ ਐਂਡ ਮਲਟੀਪਲਾਈਕੇਸ਼ਨ ਆਫ 2 ਰੀਅਲ ਨੰਬਰ। ਇਟ ਇਜ਼ ਇੰਡੀਪੈਂਡੈਂਟ ਆਫ ਦੀ ਆਰਡਰ ਇਨ ਵਿਚ ਦੇ ਆਰ ਕੰਬਾਈਨ। ਅਗਰ ਆਪਾਂ ਉਹ 2 ਚੀਜ਼ ਐਡ ਕਰਦੇ ਹਾਂ, ਕਿਵੇਂ ਐਡ ਕਰ ਰਹੇ ਹਾਂ ਉਹਦੇ ਵਿੱਚ ਡਿਪੈਂਡ ਨਹੀਂ ਕਰਦਾ ਕਿ A ਵਿੱਚ B ਐਡ ਕੀਤਾ ਜਾਂ B ਵਿੱਚ A ਐਡ ਕੀਤਾ। ਸੋ ਇਹ ਆਪਾਂ ਐਗਜ਼ਾਮਪਲ ਦੇਤੀ ਕਮਿਊਟੇਟਿਵ ਲਾ ਆਫ ਐਡੀਸ਼ਨ ਐਂਡ ਮਲਟੀਪਲਾਈਕੇਸ਼ਨ ਦੋਨਾਂ ਦੀ। ਦੈਨ ਕੁਛ ਇੱਕ ਇਹਦੇ 'ਚ ਸਿੰਬਲਸ ਆ ਜਾਂਦੇ ਨੇ ਜਿਵੇਂ ਗ੍ਰੇਟਰ ਦੈਨ, ਲੈਸ ਦੈਨ, ਕੌਂਗਰੂਐਂਸੀ, ਸਕੁਆਇਰ ਰੂਟ, ਐਂਗਲ, ਐਡੀਸ਼ਨ, ਮਲਟੀਪਲਾਈਕੇਸ਼ਨ, ਪਰਸੈਂਟੇਜ। ਹੋਰ ਵੀ ਸਿੰਬਲ ਜੇ ਤੁਹਾਨੂੰ ਆਉਂਦੇ ਆ ਤੁਸੀਂ ਲਿਖ ਸਕਦੇ ਹੋ, ਮੈਂਸ਼ਨ ਕਰ ਸਕਦੇ ਹੋ। ਮੈਥਮੈਟਿਕਸ ਇਜ਼ ਅ ਸਾਇੰਸ ਆਫ ਰੀਜ਼ਨਿੰਗ। ਅਗੇਨ ਲੋਕੀ ਦੀ ਡੈਫੀਨੇਸ਼ਨ ਹੈਗੀ, ਮੈਥਮੈਟਿਕਸ ਇਜ਼ ਦੀ ਵੇ ਟੂ ਸੈਟਲ ਇਨ ਮਾਈਂਡ ਅ ਹੈਬਿਟ ਆਫ ਰੀਜ਼ਨਿੰਗ। ਕਿਉਂਕਿ ਮੈਥਮੈਟਿਕਸ ਦੇ ਵਿੱਚ ਆਪਾਂ ਰੀਜ਼ਨਿੰਗ ਦੇ ਨਾਲ ਪ੍ਰੋਬਲਮ ਸੋਲਵ ਕਰਦੇ ਹਾਂ। ਫਸਟ ਹੈਗਾ ਇੰਡਕਟਿਵ ਮੈਥਡ ਜਾਂ ਕਹਿ ਲਓ ਇੰਡਕਟਿਵ ਰੀਜ਼ਨਿੰਗ ਜਿਹੜੀ ਆਪਾਂ ਕਰਦੇ ਹਾਂ। ਸੋ ਜਨਰਲ ਓਬਜ਼ਰਵੇਸ਼ਨ ਐਂਡ ਐਕਸਪੀਰੀਅੰਸਿਸ ਦੇ ਬੇਸਿਸ 'ਤੇ ਜੋ ਵੀ ਆਪਾਂ ਟਰੁੱਥ ਐਸਟੈਬਲਿਸ਼ ਕਰਦੇ ਹਾਂ ਇੰਡਕਟਿਵ ਰੀਜ਼ਨਿੰਗ ਦੇ ਵਿੱਚ ਆ ਜਾਂਦੇ ਨੇ। ਦੈਨ ਡਿਟੈਕਟਿਵ ਰੀਜ਼ਨਿੰਗ ਆ ਗਈ। ਸੋ ਇਹਦੇ ਬਾਰੇ ਥੋੜ੍ਹਾ ਬਹੁਤ ਲਿਖਣਾ। ਇਸ ਤੋਂ ਬਾਅਦ ਬਿਲਡਿੰਗ ਬਲੋਕਸ ਆਫ ਮੈਥਮੈਟਿਕਸ ਆ ਗਏ, ਐਕਸੀਅਮਸ ਦੇ ਬਾਰੇ ਦੱਸਣਾ ਆ। ਸੋ ਐਗਜ਼ੀਅਮਸ ਫਸਟ ਪ੍ਰਿੰਸੀਪਲਸ ਹੁੰਦੇ ਜਿਨ੍ਹਾਂ ਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਇਹ ਯੂਨੀਵਰਸਲ ਟਰੁੱਥ ਵਾਂਗੂ ਵਰਕ ਕਰਦੇ ਆ। ਜਿਵੇਂ ਯੂਨੀਵਰਸਲ ਟਰੁੱਥ ਆ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਟਰੂ ਹੀ ਹੁੰਦਾ। ਸੋ ਉਹਦੀ ਆਪਾਂ ਐਗਜ਼ੀਅਮਸ ਨੇ ਜਿਹੜੀ ਐਕਸੈਪਟੇਬਲ ਹੁੰਦੇ ਨੇ। ਸੋ ਕੋਈ ਵੀ ਐਵੀਡੈਂਸ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ। ਸੋ ਮੈਥਮੈਟਿਕਸ ਅਜ਼ਿਊਮ ਕਰਦਾ ਕਿ ਜਿਹੜੇ ਐਗਜ਼ੀਅਮਸ ਹੁੰਦੇ ਨੇ ਇਹ ਟਰੂ ਹੁੰਦੇ ਨੇ ਵਿਦਾਊਟ ਬੀਇੰਗ ਏਬਲ ਟੂ ਪ੍ਰੂਵ ਦੈਮ। ਅਤੇ ਕਰੈਕਟਰਿਸਟਿਕਸ ਲਿਖਣੇ ਕਿ ਐਗਜ਼ੀਅਮਸ ਦੇ ਕਰੈਕਟਰਿਸਟਿਕਸ ਕਿਹੜੇ ਕਿਹੜੇ ਹੁੰਦੇ ਨੇ। ਇਸ ਤੋਂ ਬਾਅਦ ਆ ਗਏ ਪੋਸਟੂਲੇਟਸ। ਪੋਸਟੂਲੇਟਸ ਦੇ ਵਿੱਚ ਜਿਵੇਂ ਆਪਾਂ ਕੋਈ ਥਿਊਰਮ ਪ੍ਰੂਵ ਕਰਦੇ ਹਾਂ ਤਾਂ ਥਿਊਰਮ ਪ੍ਰੂਵ ਕਰਨ ਲਈ ਆਪਾਂ ਆਲਰੇਡੀ ਕੋਈ ਪ੍ਰੂਵਨ ਥਿਊਰਮ ਲੈਂਦੇ ਹਾਂ। ਅਗਰ ਉਹ ਥਿਊਰਮ ਨੂੰ ਵੀ ਪ੍ਰੂਵ ਕਰਨਾ ਤਾਂ ਉਸ ਤੋਂ ਵੀ ਪਹਿਲਾਂ ਦੇ ਕੋਈ ਪ੍ਰੂਵਨ ਥਿਊਰਮ ਲੈਂਦੇ ਹਾਂ। ਸੋ ਕੋਈ ਇੱਕ ਥਿਊਰਮ ਹੁੰਦੀ ਜਿਹੜੀ ਫਸਟ ਆਫ ਆਲ ਜਿਹੜੀ ਟਰੂ ਹੁੰਦੀ ਹੈ, ਸੋ ਉਹ ਉਹਨਾਂ ਨੂੰ ਆਪਾਂ ਪੋਸਟੂਲੇਟਸ ਕਹਿੰਦੇ ਹਾਂ। ਸੋ ਪੋਸਟੂਲੇਟਸ ਵੀ ਵਿਦਾਊਟ ਨੀਡ ਆਫ ਪ੍ਰੂਫ ਜਿਹੜੇ ਹੁੰਦੇ ਨੇ ਐਕਸੈਪਟਡ ਹੁੰਦੇ ਆ।
ਦੈਨ ਤੁਸੀਂ ਕੋਈ ਵੀ 2 ਪੋਸਟੂਲੇਟਸ ਜਾਂ 3 ਪੋਸਟੂਲੇਟ ਜੋ ਵੀ ਤੁਹਾਨੂੰ ਯਾਦ ਰਹਿੰਦੇ ਨੇ ਤੁਸੀਂ ਲਿਖ ਸਕਦੇ ਹੋ ਐਗਜ਼ਾਮਪਲ ਦੇ ਤੌਰ ਤੇ। A line is a set of points containing at least 2 points। ਲਾਈਨ ਦੇ ਵਿੱਚ ਐਟਲੀਸਟ 2 ਪੁਆਇੰਟਸ ਹੁੰਦੇ ਨੇ, ਉਹਨਾਂ ਨੂੰ ਆਪਾਂ ਜੁਆਇਨ ਕਰਦੇ ਫਿਰ ਲਾਈਨ ਬਣਦੀ ਹੈ, ਤਾਂ ਇੱਕ ਪੋਸਟੂਲੇਟ ਹੈ। ਆ ਪਲੇਨ ਦੇ ਵਿੱਚ ਆਲਮੋਸਟ 3 ਨੋਨ ਕੋਲੀਨੀਅਰ ਪੁਆਇੰਟਸ ਹੁੰਦੇ ਨੇ। ਪੋਸਟੂਲੇਟਸ ਇੰਡੀਪੈਂਡੈਂਟ ਹੋਣੇ ਚਾਹੀਦੇ ਨੇ। A statement should not be proved both true or false with the help of postulates। तो postulate ਨਾਲ ਜਾਂ ਤਾਂ true ਹੀ ਹੋਏਗਾ ਜਾਂ false ਹੀ ਹੋਏਗਾ। then ਆ ਜਾਣ propositions। propositions ਜਿਹੜੀਆਂ ਹੁੰਦੀਆਂ ਨੇ ਇਹ ਵੀ ਇਹਨੂੰ ਆਪਾਂ ਪ੍ਰੂਵ ਕਰਦੇ ਹਾਂ, ਜਾਂ ਤਾਂ true ਹੁੰਦੀ ਹੈ ਜਾਂ false ਹੁੰਦੀ ਹੈ, but not both। ਪ੍ਰੋਪੋਜੀਸ਼ਨਸ ਦੇ ਵਿੱਚ ਕੁਛ ਇੰਟਰੈਕਸ਼ਨਸ ਆਪਾਂ ਨੇ ਮੈਂਸ਼ਨ ਕਰਨੀਆਂ ਕਿ ਕਿੱਦਾਂ ਦੀਆਂ ਇੰਟਰੈਕਸ਼ਨਸ ਹੁੰਦੀਆਂ ਨੇ। ਫਸਟ ਆਫ ਆਲ ਦੇਖੋ ਨਿਗੇਸ਼ਨ ਆਉਂਦੀ ਹੈ। ਨਿਗੇਸ਼ਨ ਦੇ ਵਿੱਚ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਦਾ ਨੈਗੇਟਿਵ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ ਜੇ ਪੀ ਦੀ ਵੈਲਿਊ ਹੈਗੀ ਹੈ ਐਕਸ ਇਜ਼ ਐਨ ਔਡ ਨੰਬਰ, ਦੈਨ ਇਹਦੀ ਨਿਗੇਸ਼ਨ ਹੋਏਗੀ ਕਿ ਐਕਸ ਇਜ਼ ਨੋਟ ਐਨ ਔਡ ਨੰਬਰ। ਦੈਨ ਡਿਸਜੰਕਸ਼ਨ ਆ ਗਈ। ਡਿਸਜੰਕਸ਼ਨ ਦੇ ਵਿੱਚ ਵੈਨ ਟੂ ਸਟੇਟਮੈਂਟਸ ਨੂੰ ਆਪਾਂ ਲੌਜੀਕਲ ਕਨੈਕਸ਼ਨ ਔਰ ਯੂਜ਼ ਕਰਦੇ ਹਾਂ। ਇਹਦਾ ਸਿੰਬਲ ਦੇਖੋ ਵੀ ਵਰਗਾ ਸਿੰਬਲ ਆ। ਵੀ ਸੇ ਦੈਟ P or Q is true if at least one of two sentences P and Q is true and false otherwise। ਇਹਦਾ ਜਦੋਂ ਡਿਸਜੰਕਸ਼ਨ ਤੁਸੀਂ ਡਿਸਕਰਾਈਬ ਕਰਨਾ ਅਤੇ ਨਾਲ ਟਰੁੱਥ ਟੇਬਲ ਵੀ ਬਣਾਉਣਾ ਹੁੰਦਾ। ਟਰੁੱਥ ਟੇਬਲ ਇਹਦੀ ਡਿਸਜੰਕਸ਼ਨ ਕੰਜੰਕਸ਼ਨ ਟਰੁੱਥ ਟੇਬਲ ਟਰੁੱਥ ਵੈਲਿਊਜ਼ ਦੇ ਨੋਟਸ ਵੀ ਅਪਲੋਡਡ ਨੇ ਮੇਰੇ ਚੈਨਲ ਦੇ ਉੱਪਰ। ਦੈਨ ਤੁਸੀਂ ਕੰਜੰਕਸ਼ਨ ਦੇਖਣਾ। ਕੰਜੰਕਸ਼ਨ ਦੇ ਵਿੱਚ ਲੌਜੀਕਲ ਕਨੈਕਸ਼ਨ ਐਂਡ ਯੂਜ਼ ਕਰਦੇ ਹਾਂ ਆਪਾਂ। ਐਂਡ ਇਹਦਾ ਜਿਹੜਾ ਸਿੰਬਲ ਆ ਉਹ ਡਿਸਜੰਕਸ਼ਨ ਦਾ ਓਪੋਜ਼ਿਟ ਹੋਏਗਾ। ਇਹਦੇ ਵਿੱਚ ਵੀ ਟਰੁੱਥ ਟੇਬਲ ਬਣਾ ਕੇ ਦੱਸਣਾ ਵਾ। P and Q is true if two sentences both true and is false otherwise। ਜੇ ਦੋਨੇ ਹੀ ਟਰੂ ਨੇ ਦੈਨ ਹੀ ਟਰੂ ਮੰਨਿਆ ਜਾਏਗਾ। ਅਗਰ ਇਹਨਾਂ 'ਚੋਂ ਇੱਕ ਵੀ ਫਾਲਸ ਆ ਤਾਂ ਜਿਹੜੀ ਕੰਜੰਕਸ਼ਨ ਹੁੰਦੀ ਆ ਫਾਲਸ ਹੁੰਦੀ ਹੈ। ਦੈਨ ਲੌਜੀਕਲ ਇੰਪਲੀਕੇਸ਼ਨ ਦੱਸਣਾ ਵਾ। ਇਹਦੇ ਵਿੱਚ ਆਪਾਂ ਨੇ ਇਫ ਦੈਨ ਜਿਹੜਾ ਯੂਜ਼ ਕਰਨਾ ਹੁੰਦਾ ਕਨੈਕਸ਼ਨ। ਫੋਰ ਐਗਜ਼ਾਮਪਲ ਲਿਖੀਏ ਇਫ ਪੀ ਮੰਨ ਲਓ ਐਕਸ ਇਜ਼ ਇਕੁਅਲ ਟੂ 2a, ਕਿਊ ਹੈ ਐਕਸ ਇਜ਼ ਐਨ ਈਵਨ ਨੰਬਰ, ਦੈਨ P implies Q means if x is equal to 2a then x is an even number। ਇਸ ਤੋਂ ਬਾਅਦ ਆ ਗਏ ਕੁਆਂਟੀਫਾਇਰਸ। ਕੁਆਂਟੀਫਾਇਰਸ ਦੇ ਵਿੱਚ 2 ਤਰ੍ਹਾਂ ਦੇ ਕੁਆਂਟੀਫਾਇਰਸ ਹੁੰਦੇ ਨੇ। The first one is called the universal quantifier। universal ਦੇ ਵਿੱਚ ਆਪਾਂ use ਕਰਦੇ ਹਾਂ for all। for example ਜਿਵੇਂ ਆਪਾਂ for all x belonging to r is the real number, then x square ਆ ਜੋ it is always equal or greater than 0। ਤਾਂ ਇਹਦੀ ਐਗਜ਼ਾਮਪਲ ਹੋ ਗਈ universal quantifier ਦੀ। ਅਦਰ ਕੁਆਂਟੀਫਾਇਰ ਜਿਹੜਾ ਹੁੰਦਾ ਐਗਜ਼ਿਸਟੈਂਸ਼ੀਅਲ ਕੁਆਂਟੀਫਾਇਰ ਹੁੰਦਾ। ਇਹਨੂੰ ਆਪਾਂ ਇੱਦਾਂ ਸਿੰਬਲ ਦੇਖ ਲਓ ਪੁੱਠੀ ਈ ਵਰਗਾ ਸਿੰਬਲ ਹੁੰਦਾ। ਸੋ ਇਹਦੇ ਵਿੱਚ ਆਪਾਂ ਸਕੋਪ ਆਫ ਏ ਪ੍ਰੋਪੋਜੀਸ਼ਨ ਡਿਸਕਰਾਈਬ ਕਰਦੇ ਹਾਂ। ਇਹਦੇ ਵਿੱਚ ਆਪਾਂ ਕਹਿੰਦੇ ਹਾਂ ਦੇਰ ਐਗਜ਼ਿਸਟ ਐਕਸ ਬਿਲੋਂਗਿੰਗ ਟੂ ਜ਼ੈਡ ਸੱਚ ਦੈਟ ਐਕਸ ਸਕੁਏਅਰ ਇਜ਼ ਇਕੁਅਲ ਟੂ 4। ਸੋ ਇਹਨੂੰ ਆਪਾਂ ਵਰਡਿੰਗ ਵਿੱਚ ਲਿਖਾਂਗੇ ਦੇਰ ਐਗਜ਼ਿਸਟ ਐਨ ਇੰਟੀਜਰ ਐਕਸ ਸੱਚ ਦੈਟ ਐਕਸ ਸਕੁਏਅਰਡ ਇਕੁਅਲਸ ਟੂ 4। ਦੈਨ ਅਗਰ ਇਹ ਟਰੂ ਹੋਏਗਾ ਐਕਸ ਦੀ ਵੈਲਿਊ 2 ਹੋਏਗੀ ਐਂਡ ਐਕਸ ਦੀ ਵੈਲਿਊ -2 ਹੋਏਗੀ। ਬਾਕੀ ਦੇ ਨੋਟਸ ਤੁਸੀਂ ਮੇਰੇ ਚੈਨਲ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ।